ਪ੍ਰੋਗਰਾਮ ਸਿੱਖ ਇਤਿਹਾਸ ਦੀ ਮਹਾਨ ਗਾਥਾ ਵਿੱਚ ਆਪ ਜੀ ਦਾ ਸਵਾਗਤ ਹੈ ਤੇ ਅੱਜ ਦੀ ਸਿੱਖ ਗਾਥਾ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਨਾਲ ਸੰਬੰਧਿਤ ਹੈ। ਇਸ ਪ੍ਰੋਗਰਾਮ ਦੇ ਅਖੀਰ ਵਿੱਚ ਇੱਕ ਸਵਾਲ ਵੀ ਪੁੱਛਿਆ ਜਾਵੇਗਾ, ਜਿਸ ਦਾ ਸਭ ਤੋਂ ਪਹਿਲਾਂ ਠੀਕ ਜਵਾਬ ਦੇਣ ਵਾਲੇ ਦਰਸ਼ਕ ਹੋਣਗੇ ਸਾਡੇ ਇਸ ਪ੍ਰੋਗਰਾਮ ਦੇ ਵਿਜੇਤਾ ਅਤੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਸਰਦਾਰ ਅਰਵਿੰਦਰ ਸਿੰਘ ਜੀ ਅਤੇ ਸਰਦਾਰ ਬਲਬੀਰ ਸਿੰਘ ਜੀ, ਸ਼੍ਰੀ ਗੁਰੂ ਨਾਨਕ ਦੇਵ ਵੈਲਫੇਅਰ ਸੁਸਾਇਟੀ ਡੋਈਵਾਲਾ ਦੇਹਰਾਦੂਨ ਉੱਤਰਾਖੰਡ ਨੇ। ਤੇ ਸਾਸੰਗ ਜੀ, ਇਸ ਪ੍ਰੋਗਰਾਮ ਨੂੰ ਆਪ ਜੀ ਨੇ ਪੂਰਾ ਸੁਣਨਾ ਹੈ, ਨਾਲ ਹੀ YouTube ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ, ਫੇਸਬੁੱਕ 'ਤੇ ਵੀ ਸਾਡੇ ਪੇਜ ਨੂੰ ਲਾਈਕ ਕਰਨਾ ਹੈ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਹੈ। ਅਤੇ ਆਓ ਹੁਣ ਗੱਲ ਕਰੀਏ ਅੱਜ ਦੇ ਇਤਿਹਾਸ ਦੀ। ਜਦੋਂ ਵੀ ਅਸੀਂ ਅਰਦਾਸ ਕਰਦੇ ਹਾਂ ਅਤੇ ਅਰਦਾਸ ਦੇ ਵਿੱਚ ਇਹ ਵੀ ਅਸੀਂ ਯਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਖੋਪਰੀਆਂ ਲੁਹਾਈਆਂ ਅਤੇ ਖੋਪਰੀ ਲੁਹਾਉਣ ਵਾਲੇ ਸਨ ਸ਼ਹੀਦ ਭਾਈ ਤਾਰੂ ਸਿੰਘ ਜੀ, ਅਜੀਮ ਸ਼ਖਸੀਅਤ। ਔਰ ਆਪ ਜੀ ਦਾ ਜੋ ਜਨਮ ਸੀ ਉਹ ਇੱਕ ਗੁਰਸਿੱਖ ਫੈਮਿਲੀ ਦੇ ਵਿੱਚ ਪਿੰਡ ਪੂਲਾ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ। ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛਕ ਲੈਣਾ, ਇਹ ਇਹਨਾਂ ਦੇ ਪਰਿਵਾਰ ਦਾ ਮੁੱਢ ਕਦੀਮਾ ਤੋਂ ਹੀ ਗੁਰੂ ਦਸਤੂਰ ਸੀ। ਕੋਈ ਵੀ ਰਾਹੀ ਜੋ ਰਸਤੇ ਦੇ ਵਿੱਚ ਆਉਂਦਿਆਂ ਲੇਟ ਹੋ ਜਾਂਦਾ, ਰਾਤ ਪੈ ਜਾਂਦੀ, ਤਾਂ ਉਹ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਘਰ ਆ ਰੁਕਦਾ ਅਤੇ ਭਾਈ ਤਾਰੂ ਸਿੰਘ ਜੀ ਜਥਾ ਸ਼ਕਤ ਉਸ ਦੀ ਪ੍ਰਸ਼ਾਦੇ ਪਾਣੀ ਅਤੇ ਬਿਸਤਰੇ ਦੇ ਨਾਲ ਸੇਵਾ ਕਰਦੇ। ਇਸ ਦੇ ਇਲਾਵਾ ਜੋ ਜੰਗਲਾਂ ਦੇ ਵਿੱਚ ਕੌਮ ਦੀ ਆਜ਼ਾਦੀ ਅਤੇ ਦੇਸ਼ ਦੀ ਆਜ਼ਾਦੀ ਲਈ ਜੂਝ ਰਹੇ ਸਿੰਘ ਸੂਰਮੇ ਸਨ, ਉਹਨਾਂ ਵਾਸਤੇ ਵੀ ਭਾਈ ਤਾਰੂ ਸਿੰਘ ਜੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਅਤੇ ਬਸਤਰਾਂ ਦੀ ਸੇਵਾ ਕਰਦੇ ਰਹਿੰਦੇ ਸਨ। ਉਸ ਇਲਾਕੇ ਦੇ ਵਿੱਚ ਭਾਈ ਤਾਰੂ ਸਿੰਘ ਜੀ ਦਾ ਬੜਾ ਹੀ ਸਤਿਕਾਰ ਸੀ। ਸਾਰੇ ਦੇ ਸਾਰੇ ਲੋਕ ਭਾਈ ਤਾਰੂ ਸਿੰਘ ਨੂੰ ਬਹੁਤ ਪਿਆਰ ਕਰਦੇ ਸਨ, ਕਿਉਂਕਿ ਗਰੀਬ ਗੁਰਬੇ ਦੀ ਸੇਵਾ ਕਰਨੀ ਅਤੇ ਸਭ ਦੇ ਨਾਲ ਵੰਡ ਕੇ ਛਕਣਾ, ਪਿਆਰ ਦੇ ਨਾਲ ਰਹਿਣਾ, ਇਹ ਭਾਈ ਤਾਰੂ ਸਿੰਘ ਜੀ ਦੇ ਸੁਭਾਅ ਦੇ ਵਿਸ਼ੇਸ਼ ਗੁਣ ਸਨ। ਉਸ ਵੇਲੇ ਦੀ ਹਕੂਮਤ ਬੜੀ ਜ਼ਾਲਮ ਹੁੰਦੀ ਸੀ। ਜਨਤਾ 'ਤੇ ਜ਼ੁਲਮ ਕਰਨਾ ਅਤੇ ਜਨਤਾ ਦੀ ਹਰ ਚੀਜ਼ ਨੂੰ ਆਪਣੀ ਸਮਝਣਾ, ਇਹ ਉਸ ਵੇਲੇ ਦੀ ਹਕੂਮਤ ਦਾ ਦਸਤੂਰ ਸੀ। ਇਸੇ ਤਰ੍ਹਾਂ ਦੀ ਹੀ ਕੁਝ ਗੱਲ ਹੋਈ ਜਦੋਂ ਕਿ ਪੱਟੀ ਦੇ ਮਿਰਜ਼ਾ ਬੇਗ ਨੇ ਕਸੂਰ ਦੇ ਰਹਿਣ ਵਾਲੇ ਰਹੀਮ ਬਖਸ਼ ਮੋਚੀ ਦੀ ਜਵਾਨ ਧੀ ਨੂੰ ਜ਼ਬਰਦਸਤੀ ਆਪਣੇ ਘਰ ਲੈ ਆਂਦਾ। ਔਰ ਉਸ ਵੇਲੇ ਉਹ ਗਰੀਬ ਮੋਚੀ ਰਹੀਮ ਬਖਸ਼ ਪੱਟੀ ਗਿਆ ਅਤੇ ਮਿਰਜ਼ਾ ਬੇਗ ਦੇ ਬੜੇ ਤਰਲੇ ਕੀਤੇ, ਮੈਂ ਗਰੀਬ ਹਾਂ, ਗਰੀਬ ਦੇ ਨਾਲ ਇਸ ਤਰ੍ਹਾਂ ਨਾ ਕਰੋ, ਮੇਰੀ ਬੇਟੀ ਮੈਨੂੰ ਵਾਪਸ ਕਰ ਦੇਵੋ। ਪਰੰਤੂ ਮਿਰਜ਼ਾ ਬੇਗ ਉਸ ਵੇਲੇ ਅੰਨਾ ਹੋਇਆ ਸੀ, ਇਸ ਲਈ ਮਿਰਜ਼ਾ ਬੇਗ ਨੇ ਉਸ ਦੀ ਇੱਕ ਵੀ ਗੱਲ ਨਾ ਸੁਣੀ ਅਤੇ ਧੱਕੇ ਮਾਰ ਕੇ ਉਸ ਗਰੀਬ ਅਤੇ ਬਿਰਧ ਮੋਚੀ ਨੂੰ ਆਪਣੇ ਮਹਿਲਾਂ 'ਚੋਂ ਕੱਢ ਦਿੱਤਾ, ਇਹ ਕਹਿੰਦਿਆਂ ਹੋਇਆਂ ਕਿ ਤੈਨੂੰ ਸ਼ੁਕਰ ਮਨਾਉਣਾ ਚਾਹੀਦਾ ਹੈ, ਤੇਰੀ ਬੇਟੀ ਇੱਕ ਇੰਨੇ ਵੱਡੇ ਫੌਜੀ ਅਫਸਰ ਦੀ ਬੇਗਮ ਬਣ ਜਾ ਰਹੀ ਹੈ। ਉੱਥੋਂ ਕੋਈ ਚਾਰਾ ਨਾ ਚੱਲਦਾ ਦੇਖ ਕੇ ਰਹੀਮ ਬਖਸ਼ ਮੋਚੀ ਵਿਚਾਰਾ ਰੁਲਦਾ ਖੁੱਲਦਾ ਲਾਹੌਰ ਜ਼ਕਰੀਆ ਖਾਨ ਦੇ ਕੋਲ ਪਹੁੰਚ ਗਿਆ ਅਤੇ ਜ਼ਕਰੀਆ ਖਾਨ ਕੋਲ ਉਸ ਦੇ ਫੌਜੀ ਅਫਸਰ ਦੀ ਸ਼ਿਕਾਇਤ ਕੀਤੀ। ਪਰੰਤੂ ਜ਼ਕਰੀਆ ਖਾਨ ਨੇ ਵੀ ਉਸ ਗਰੀਬ ਦੀ ਇਸ ਗੱਲ ਵੱਲ ਕੋਈ ਤਵੱਜੋ ਨਾ ਦਿੱਤੀ ਅਤੇ ਇਸ ਮੋਚੀ ਨੂੰ ਧੱਕੇ ਮਾਰ ਕੇ ਆਪਣੇ ਦਰਬਾਰ ਦੇ ਵਿੱਚੋਂ ਬਾਹਰ ਕੱਢ ਦਿੱਤਾ। ਹੁਣ ਇਹ ਦੁਖੀ, ਪਰੇਸ਼ਾਨ, ਅੱਤ ਦੀ ਨਿਰਾਸ਼ ਹਾਲਤ ਵਿੱਚ ਆਪਣੀ ਜਵਾਨ ਬੇਟੀ ਨੂੰ ਗਵਾ ਚੁੱਕਾ ਬਜ਼ੁਰਗ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਅਤੇ ਪਿੰਡ ਪੂਲੇ ਦੇ ਵਿੱਚ ਇਸ ਨੂੰ ਰਾਤ ਪੈ ਗਈ। ਇਸ ਨੇ ਲੋਕਾਂ ਨੂੰ ਪੁੱਛਿਆ ਕਿ ਕੋਈ ਇਸ ਜਗ੍ਹਾ ਐਸਾ ਮਾਨਵਤਾ ਦਾ ਦਰਦੀ ਹੋਵੇ ਜਿਸ ਦੇ ਘਰ ਮੈਂ ਰਾਤ ਕੱਟ ਸਕਾਂ, ਤਾਂ ਲੋਕਾਂ ਨੇ ਇਸ ਨੂੰ ਸ਼ਹੀਦ ਭਾਈ ਤਾਰੂ ਸਿੰਘ ਦੇ ਘਰ ਦਾ ਰਾਹ ਦੱਸ ਦਿੱਤਾ। ਰਹੀਮ ਬਖਸ਼ ਮੋਚੀ ਭਾਈ ਤਾਰੂ ਸਿੰਘ ਦੇ ਘਰ ਪਹੁੰਚ ਗਿਆ, ਜਿੱਥੇ ਪਹਿਲਾਂ ਹੋਰ ਵੀ ਆਏ ਹੋਏ ਕਈ ਮੁਸਾਫਰ ਰੁਕੇ ਸਨ ਜਿਨ੍ਹਾਂ ਨੂੰ ਰਾਤ ਪੈ ਗਈ ਸੀ। ਉਸ ਵੇਲੇ ਸਾਰੇ ਮੁਸਾਫਰ ਆਪਸ ਵਿੱਚ ਗੱਲਾਂ ਬਾਤਾਂ ਕਰ ਰਹੇ ਸਨ, ਪਰੰਤੂ ਰਹੀਮ ਬਖਸ਼ ਰੋ ਰਿਹਾ ਸੀ, ਦੁਖੀ ਸੀ, ਪਰੇਸ਼ਾਨ ਸੀ। ਇਹ ਰੋਟੀ ਵੀ ਨਹੀਂ ਖਾ ਰਿਹਾ ਸੀ। ਭਾਈ ਤਾਰੂ ਸਿੰਘ ਜੀ ਨੇ ਇਹਨੂੰ ਪੁੱਛਿਆ, ਬਾਬਾ ਕੀ ਗੱਲ ਹੈ, ਤੂੰ ਦੁਖੀ ਕਿਉਂ ਹੈ, ਪਰੇਸ਼ਾਨ ਕਿਉਂ ਹੈ? ਔਰ ਇਸ
ਗਰੀਬ ਨੇ ਕਿਹਾ, ਗਰੀਬਾਂ ਦਾ ਇਸ ਧਰਤੀ ਤੇ ਕੋਈ ਨਹੀਂ ਹੈ। ਮੇਰੇ ਨਾਲ ਇਹ ਅਣਹੋਣੀ ਹੋ ਗਈ। ਮੇਰੀ ਬੇਟੀ ਨੂੰ ਪੱਟੀ ਦੇ ਮਿਰਜ਼ਾ ਬੇਗ ਹਾਕਮ ਨੇ ਚੁੱਕ ਲਿਆ। ਮੈਂ ਮਿਰਜ਼ਾ ਬੇਗ ਕੋਲ ਗਿਆ, ਉਸਨੇ ਵੀ ਮੈਨੂੰ ਧੱਕੇ ਮਾਰ ਕੇ ਕੱਢ ਦਿੱਤਾ। ਮੈਂ ਜ਼ਕਰੀਆ ਖਾਨ ਕੋਲ ਗਿਆ, ਜ਼ਕਰੀਆ ਖਾਨ ਵੀ ਮੇਰੀ ਗੱਲ ਨਾ ਸੁਣੀ। ਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਦਿਲਾਸਾ ਦਿੰਦਿਆਂ ਹੋਇਆਂ ਕਿਹਾ, ਬਾਬਾ, ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਗੁਰੂ ਦਾ ਖਾਲਸਾ ਹੁੰਦਾ ਹੈ। ਤੂੰ ਰੋਟੀ ਛਕ, ਆਰਾਮ ਕਰ, ਸਵੇਰ ਤੱਕ ਜਾਂ ਤੇ ਤੇਰੀ ਬੇਟੀ ਤੇਰੇ ਕੋਲ ਹੋਵੇਗੀ, ਔਰ ਜੇਕਰ ਤੇਰੀ ਬੇਟੀ ਨਾ ਤੇਰੇ ਕੋਲ ਆਈ ਤੇ ਸਮਝ ਲੈਣਾ ਕਿ ਅਸੀਂ ਉੱਥੇ ਲੜਦਿਆਂ ਹੋਇਆਂ ਸ਼ਹੀਦੀਆਂ ਪਾ ਗਏ ਹਾਂ, ਜਾਂ ਅਸੀਂ ਮਰਾਂਗੇ, ਤੇ ਜੇ ਵਾਪਸ ਆਵਾਂਗੇ ਤੇਰੀ ਬੇਟੀ ਨੂੰ ਨਾਲ ਲੈ ਕੇ ਹੀ ਆਵਾਂਗੇ। ਇਸ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਨੇ ਆਪਣੇ ਦੂਸਰੇ ਸਾਥੀਆਂ ਦੇ ਨਾਲ ਗੱਲ ਕੀਤੀ ਅਤੇ ਇਕੱਠੇ ਹੋ ਕੇ ਮੰਜ਼ਲਾਂ ਮਾਰਦੇ ਹੋਏ ਰਾਤ ਦੇ ਸਮੇਂ ਵਿੱਚ ਇਹ ਪੱਟੀ ਪਹੁੰਚ ਗਏ। ਪੱਟੀ ਜਾ ਕੇ ਇਹਨਾਂ ਨੇ ਜਾਇਜ਼ਾ ਲੈਣ ਦੇ ਵਾਸਤੇ ਜੋ ਮਿਰਜ਼ਾ ਬੇਗ ਦੇ ਘਰ ਦੇ ਕੋਲ ਉੱਚਾ ਰੁੱਖ ਸੀ ਉਸ 'ਤੇ ਚੜ੍ਹ ਕੇ ਦੇਖਿਆ ਕਿ ਅਸੀਂ ਕਿਸ ਤਰੀਕੇ ਦੇ ਨਾਲ ਇਹਦੇ ਮਹਿਲਾਂ 'ਚ ਦਾਖਲ ਹੋ ਸਕਦੇ ਹਾਂ। ਪਰੰਤੂ ਜਦ ਇਹ ਘਰ ਦੇ ਪਿਛਲੇ ਰੁੱਖ 'ਤੇ ਚੜ੍ਹੇ ਤਾਂ ਇਹਨਾਂ ਨੂੰ ਮਿਰਜ਼ਾ ਬੇਗ ਗਰਮੀ ਦੀ ਇਸ ਰੁੱਤ ਦੇ ਵਿੱਚ ਆਪਣੇ ਘਰ ਦੀ ਛੱਤ 'ਤੇ ਟਹਿਲਦਾ ਹੋਇਆ ਦਿਸ ਗਿਆ। ਬਸ ਫੇਰ ਕੀ ਸੀ, ਸ਼ਿਕਾਰ ਹੁਣ ਭਾਈ ਤਾਰੂ ਸਿੰਘ ਦੇ ਤੀਰ ਦੇ ਅੱਗੇ ਸੀ। ਰੁੱਖ ਤੋਂ ਹੀ ਐਸਾ ਅਚੁੱਕ ਨਿਸ਼ਾਨਾ ਭਾਈ ਤਾਰੂ ਸਿੰਘ ਨੇ ਲਾਇਆ ਕਿ ਮਿਰਜ਼ਾ ਬੇਗ ਪਾਰ ਬੋਲ ਗਿਆ। ਉਸ ਵੇਲੇ ਰੁੱਖ ਤੋਂ ਸਾਰੇ ਸਿੰਘ ਛਾਲ ਮਾਰ ਕੇ ਛੱਤ 'ਤੇ ਚਲੇ ਗਏ ਘਰ ਦੀ 'ਤੇ, ਔਰ ਛੱਤ ਤੋਂ ਹੇਠਾਂ ਉਤਰ ਕੇ ਉਸ ਲੜਕੀ ਨੂੰ ਲੈ ਕੇ ਪਲ ਝਪਕਦਿਆਂ ਹੀ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਬਸ ਸਿੰਘ ਹੋ ਗਏ ਹੋ ਗਈ, ਔਰ ਲਿਆ ਕੇ ਉਹ ਬੇਟੀ ਰਹੀਮ ਬਖਸ਼ ਮੋਚੀ ਦੇ ਹਵਾਲੇ ਕਰ ਦਿੱਤੀ। ਹੁਣ ਜ਼ਕਰੀਆ ਖਾਨ ਦੇ ਕੰਨ ਖੜੇ ਹੋ ਗਏ, ਐਸਾ ਕੌਣ ਹੋ ਸਕਦਾ ਹੈ ਜਿਸ ਨੇ ਮੇਰੇ ਇੰਨੇ ਬਹਾਦਰ ਫੌਜਦਾਰ ਨੂੰ ਮਾਰ ਦਿੱਤਾ ਹੋਵੇ। ਕੋਈ ਸੂਹ ਕਿਸੇ ਪਾਸਿਓਂ ਮਿਲ ਨਹੀਂ ਰਹੀ ਸੀ। ਅੰਤ ਨੂੰ ਜੰਡਿਆਲੇ ਦੇ ਰਹਿਣ ਵਾਲੇ ਹਰਭਗਤ ਨਰੰਜਨੀਏ ਨੇ, ਜੋ ਕਿ ਉਸ ਵੇਲੇ ਮੁਗਲ ਹਕੂਮਤ ਦਾ ਜਸੂਸ ਸੀ, ਉਸਨੇ ਇਹ ਸੂਹ ਦਿੱਤੀ ਕਿ ਇਹ ਕਾਰਾ ਭਾਈ ਤਾਰੂ ਸਿੰਘ ਨੇ ਕੀਤਾ ਹੈ, ਕਿਉਂਕਿ ਮਿਰਜ਼ਾ ਬੇਗ ਨੇ ਰਹੀਮ ਬਖਸ਼ ਮੋਚੀ ਦੀ ਬੇਟੀ ਨੂੰ ਕਿਡਨੈਪ ਕਰ ਲਿਆ ਸੀ। ਉਹ ਪਹਿਲਾਂ ਪੱਟੀ ਜਗਿਆ, ਫਿਰ ਤੁਹਾਡੇ ਕੋਲ ਆਇਆ। ਜਦ ਉਸ ਦੀ ਕੋਈ ਸੁਣਵਾਈ ਨਾ ਹੋਈ ਤਾਂ ਉਸ ਤੋਂ ਬਾਅਦ ਉਹ ਰਾਤ ਭਾਈ ਤਾਰੂ ਸਿੰਘ ਕੋਲ ਰੁਕਿਆ, ਜਿੱਥੇ ਭਾਈ ਤਾਰੂ ਸਿੰਘ ਨੇ ਉਸ ਦੀ ਬੇਟੀ ਨੂੰ ਛੁਡਵਾਉਣ ਦੇ ਵਾਸਤੇ ਤੁਹਾਡੇ ਫੌਜੀ ਅਫਸਰ ਨੂੰ ਮਾਰਿਆ ਹੈ। ਇਹ ਸੁਣਦਿਆਂ ਹੀ ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਦੀ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ। ਫੌਜਾਂ ਚੜ੍ਹ ਕੇ ਆ ਗਈਆਂ। ਭਾਈ ਤਾਰੂ ਸਿੰਘ ਤੇ ਇਹਨਾਂ ਦੀ ਜਵਾਨ ਭੈਣ ਤਾਰੂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਲੈ ਕੇ ਚੱਲ ਪਏ। ਰਾਤ ਇਹਨਾਂ ਨੂੰ ਪੜਾਣੇ ਪਿੰਡ ਦੇ ਵਿੱਚ ਹੋ ਗਈ। ਪੜਾਣੇ ਪਿੰਡ ਦੇ ਵਿੱਚ ਸਾਰੇ ਉੱਥੋਂ ਦੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਤੇ ਕਿਹਾ, ਭਾਈ ਸਾਹਿਬ ਜੀ, ਤੁਸੀਂ ਹੁਕਮ ਕਰੋ, ਅਸੀਂ ਹੁਣੇ ਹੀ ਇਹਨਾਂ ਫੌਜੀ ਹਾਕਮਾਂ ਨੂੰ ਮਾਰ ਕੇ ਤੁਹਾਨੂੰ ਇਹਨਾਂ ਤੋਂ ਛਡਵਾ ਲੈਂਦੇ ਹਾਂ। ਭਾਈ ਤਾਰੂ ਸਿੰਘ ਨੇ ਕਿਹਾ, ਨਹੀਂ, ਹੁਣ ਜੋ ਹੋਣਾ ਹੈ ਉਹ ਹੋਣ ਦਿਓ। ਚਲੋ ਤੁਸੀਂ ਜ਼ਿਆਦਾ ਚਾਹੁੰਦੇ ਹੋ ਤਾਂ ਫਿਰ ਉਹਨਾਂ ਨੇ ਇਹ ਕਿਹਾ, ਤੁਸੀਂ ਜਾਓ, ਪਰੰਤੂ ਅਸੀਂ ਤੁਹਾਡੀ ਭੈਣ ਨੂੰ ਨਹੀਂ ਜਾਣ ਦੇਵਾਂਗੇ, ਇਹ ਸਾਡੀ ਵੀ ਭੈਣ ਹੈ, ਇਸ ਨੂੰ ਛਡਾਵਾਂਗੇ। ਫਿਰ ਉਹਨਾਂ ਨੂੰ ਰਿਸ਼ਵਤ ਦੇ ਕੇ ਬੀਬੀ ਤਾਰੋ ਨੂੰ ਪਿੰਡ ਪੜਾਣੇ ਦੇ ਵਿੱਚ ਛਡਵਾ ਲਿਆ ਗਿਆ ਤੇ ਭਾਈ ਤਾਰੂ ਸਿੰਘ ਜੀ ਨੂੰ ਫਿਰ ਇਹ ਲਾਹੌਰ ਲੈ ਗਏ। ਲਾਹੌਰ ਜਾ ਕੇ ਜ਼ਕਰੀਆ ਖਾਨ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ। ਸਾਰੀ ਗੱਲ ਸਾਫ਼ ਹੋ ਗਈ ਤਾਂ ਉਸ ਤੋਂ ਬਾਅਦ ਜ਼ਕਰੀਆ ਖਾਨ ਕਹਿਣ ਲੱਗਾ ਕਿ ਮੈਨੂੰ ਤੁਹਾਡੇ ਵਰਗੇ ਉੱਚੇ ਸੁੱਚੇ ਕਿਰਦਾਰ ਵਾਲੇ ਇਨਸਾਫ ਪਸੰਦ ਤੇ ਬਹਾਦਰ ਫੌਜੀਆਂ ਦੀ ਲੋੜ ਹੈ। ਜੇਕਰ ਤੁਸੀਂ ਆਪਣਾ ਧਰਮ ਬਦਲ ਲਵੋ ਤਾਂ ਮੈਂ ਤੁਹਾਨੂੰ ਪੱਟੀ ਦੇ ਫੌਜਦਾਰ ਬਣਾ ਦਿੰਦਾ ਹਾਂ, ਔਰ ਹੁਣ ਤੁਸੀਂ ਮੇਰੀਆਂ ਉਸ ਇਲਾਕੇ ਦੀਆਂ ਫੌਜਾਂ ਦੀ ਕਮਾਂਡ ਸੰਭਾਲੋ। ਭਾਈ ਤਾਰੂ ਸਿੰਘ ਨੇ ਕਿਹਾ, ਜ਼ਕਰੀਆ ਖਾਨ, ਅਸੀਂ ਅਹੁਦਿਆਂ ਦੇ ਭੁੱਖੇ ਨਹੀਂ, ਸਾਨੂੰ ਸਾਡੇ ਗੁਰੂ ਨੇ ਅਹੁਦਾ ਦਿੱਤਾ ਹੈ। ਅਸੀਂ ਕਿਸੇ ਵੀ ਬੰਦੇ ਦੀ ਗੁਲਾਮੀ ਨਹੀਂ ਕਰਦੇ, ਅਸੀਂ ਮਾਨਵਤਾ ਦੇ, ਇਨਸਾਨੀਅਤ ਦੇ ਸੇਵਕ ਹਾਂ ਔਰ ਇਨਸਾਨੀਅਤ ਦੀ ਸੇਵਾ ਕਰਨੀ ਚਾਹੁੰਦੇ ਹਾਂ। ਔਰ ਰਹੀ ਗੱਲ ਧਰਮ ਛੱਡਣ ਦੀ, ਇਹ ਜੋ ਸਾਨੂੰ ਕੇਸ ਮਿਲੇ ਨੇ, ਸਾਡੀ ਰੱਬ ਅੱਗੇ ਇਹੀ ਅਰਦਾਸ ਰਹਿੰਦੀ ਹੈ ਕਿ ਇਹ ਸਾਡੇ ਕੇਸ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭੇ। ਇਸ ਤੋਂ ਬਾਅਦ ਜ਼ਕਰੀਆ ਖਾਨ ਨੇ ਜਦ ਆਪਣੇ ਇਸ ਆਫਰ ਨੂੰ ਰਿਫਿਊਜ਼ਡ ਹੁੰਦਿਆਂ ਦੇਖਿਆ ਤੇ ਤਿਲ ਮਿਲਾ ਗਿਆ।
ਔਰ ਉਸਨੇ ਇਹ ਹੁਕਮ ਦਿੱਤਾ ਕਿ ਭਾਈ ਤਾਰੂ ਸਿੰਘ ਦੇ ਕੇਸ ਕੱਟ ਦਿੱਤੇ ਜਾਣ। ਪਰੰਤੂ ਜਦ ਭਾਈ ਤਾਰੂ ਸਿੰਘ ਦੇ ਕੇਸ ਨਾ ਕੱਟੇ ਗਏ ਤਾਂ ਅੱਕ ਕੇ ਭਾਈ ਤਾਰੂ ਸਿੰਘ ਦਾ ਖੋਪਰ ਉਤਾਰ ਕੇ ਭਾਈ ਤਾਰੂ ਸਿੰਘ ਨੂੰ ਸ਼ਹਿਰ ਦੇ ਬਾਹਰ ਨਖਾਸ ਨਾਲੇ ਦੇ ਕੋਲ ਜਿਹੜਾ ਹੈ ਉਹ ਛੱਡ ਦਿੱਤਾ ਗਿਆ, ਸੁੱਟ ਦਿੱਤਾ ਗਿਆ, ਤਾਂ ਕਿ ਇਸ ਜਗ੍ਹਾ 'ਤੇ ਆਪੇ ਹੀ ਕੁਝ ਸਮੇਂ ਦੇ ਬਾਅਦ ਸਵਾਸ ਤਿਆਗ ਜਾਣਗੇ। ਪਰੰਤੂ ਹੋਇਆ ਇਸ ਤੋਂ ਉਲਟ। ਅਗਲੇ ਦਿਨ ਜਦ ਲੋਕ ਉਸ ਨਾਲੇ ਵੱਲ ਗਏ ਤੇ ਕੀ ਦੇਖਦੇ ਹੈ, ਭਾਈ ਤਾਰੂ ਸਿੰਘ ਜੀ ਬੈਠੇ ਅਜੇ ਵੀ ਰੱਬ ਦੀ ਬਾਣੀ ਦੇ ਵਿੱਚ ਵਲੀਨ ਹੈ, ਗੁਰਬਾਣੀ ਪੜ੍ਹ ਰਹੇ ਹੈ। ਔਰ ਇਸ ਤੋਂ ਬਾਅਦ ਲੋਕਾਂ ਨੇ ਆ ਕੇ ਜ਼ਕਰੀਆ ਖਾਨ ਨੂੰ ਸਾਰੀ ਗੱਲ ਦੱਸੀ ਔਰ ਜ਼ਕਰੀਆ ਖਾਨ ਖੁਦ ਭਾਈ ਤਾਰੂ ਸਿੰਘ ਨੂੰ ਦੇਖਣ ਗਿਆ ਤੇ ਜਾਂਦਿਆਂ ਹੀ ਕਿਹਾ, ਤੂੰ ਅਜੇ ਤੱਕ ਮਰਿਆ ਨਹੀਂ। ਇਹ ਸੁਣਦਿਆਂ ਹੀ ਭਾਈ ਤਾਰੂ ਸਿੰਘ ਜੀ ਨੇ ਕਿਹਾ, ਤੈਨੂੰ ਆਪਣੇ ਛਿੱਤਰ ਦੇ ਅੱਗੇ ਲਾ ਕੇ ਲੈ ਕੇ ਜਾਵਾਂਗਾ, ਪਹਿਲਾਂ ਤੂੰ ਮਰੇਗਾ ਫਿਰ ਖਾਲਸਾ ਚਾਲੇ ਪਾਵੇਗਾ। ਇਸ ਗੱਲ ਤੋਂ ਬਾਅਦ ਜ਼ਕਰੀਆ ਖਾਨ ਇਤਨਾ ਡਰ ਗਿਆ, ਇਤਨਾ ਭੈ-ਭੀਤ ਹੋ ਗਿਆ ਕਿ ਉਸ ਨੂੰ ਪਿਸ਼ਾਬ ਦਾ ਬੰਨ ਪੈ ਗਿਆ ਔਰ ਅੰਤ ਨੂੰ ਇਹ ਫੈਸਲਾ ਹੋਇਆ ਕਿ ਹੁਣ ਭਾਈ ਤਾਰੂ ਸਿੰਘ ਦਾ ਛਿੱਤਰ ਜ਼ਕਰੀਆ ਖਾਨ ਦੇ ਸਿਰ ਵਿੱਚ ਵੱਜੇ ਔਰ ਇਵੇਂ ਹੀ ਫਿਰ ਭਾਈ ਤਾਰੂ ਸਿੰਘ ਦਾ ਛਿੱਤਰ ਜ਼ਕਰੀਆ ਖਾਨ ਦੇ ਸਿਰ ਵਿੱਚ ਵੱਜਣਾ ਸ਼ੁਰੂ ਹੋਇਆ, ਜਿਸ ਦੇ ਨਾਲ ਜ਼ਕਰੀਆ ਖਾਨ ਦੀ ਮੌਤ ਹੋ ਗਈ। ਇਹ ਪੂਰਾ ਘਟਨਾਕ੍ਰਮ ਲਗਭਗ 20 ਦਿਨ ਚੱਲਦਾ ਰਿਹਾ ਤੇ 21ਵੇਂ ਦਿਨ 1745 ਈਸਵੀ ਨੂੰ ਲਾਹੌਰ ਸ਼ਹਿਰ ਦੇ ਵਿੱਚ ਸ਼ਹੀਦ ਭਾਈ ਤਾਰੂ ਸਿੰਘ ਜੀ ਸ਼ਹੀਦ ਹੋਏ। ਇਹ ਹੈ ਸਾਡੇ ਸ਼ਹੀਦਾਂ ਦਾ ਇਤਿਹਾਸ। ਅੱਜ ਸਿਰਫ ਇੰਨਾ ਹੀ। ਤੇ ਹੁਣ ਕੱਲ੍ਹ ਪੁੱਛੇ ਗਏ ਸਵਾਲ ਦਾ ਠੀਕ ਜਵਾਬ ਹੈ ਕਿ ਹਰਨਾਮ ਸਿੰਘ ਦਾ ਜਦ ਹੱਥ ਬੰਬ ਬਣਾਉਂਦਿਆਂ ਹੋਇਆਂ ਉੱਡ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਨਾਮ ਦੇ ਨਾਲ ਟੁੰਡੀ ਲਾਟ ਸ਼ਬਦ ਜੁੜ ਗਿਆ। ਠੀਕ ਸਾਨੂੰ ਸਭ ਤੋਂ ਪਹਿਲਾਂ ਭੇਜਿਆ ਹੈ ਗੁਰਸੇਵ ਕੌਰ ਨੇ, ਸੈਕਟਰ 71 ਮੋਹਾਲੀ ਚੰਡੀਗੜ੍ਹ ਪੰਜਾਬ। ਔਰ ਹੁਣ ਅੱਜ ਦਾ ਸਵਾਲ, ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਾਉਣ ਦੀ ਸੂਹ ਕਿਸ ਨੇ ਦਿੱਤੀ ਸੀ? ਇਸ ਸਵਾਲ ਦਾ ਠੀਕ ਜਵਾਬ ਆਪ ਜੀ ਸਾਡੇ ਮੋਬਾਈਲ ਨੰਬਰ 88 376 90 192 ਤੇ ਭੇਜ ਸਕਦੇ ਹੋ। ਜਿਸ ਦਰਸ਼ਕ ਦਾ ਠੀਕ ਜਵਾਬ ਸਭ ਤੋਂ ਪਹਿਲਾਂ ਪਹੁੰਚੇਗਾ ਉਹ ਹੋਵੇਗਾ ਸਾਡੇ ਇਸ ਪ੍ਰੋਗਰਾਮ ਦਾ ਵਿਜੇਤਾ ਅਤੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਦੀ ਸੇਵਾ ਨਿਭਾਈ ਹੈ। ਸਰਦਾਰ ਅਰਵਿੰਦਰ ਸਿੰਘ ਜੀ ਅਤੇ ਸਰਦਾਰ ਬਲਬੀਰ ਸਿੰਘ ਜੀ ਨੇ ਗੁਰੂ ਨਾਨਕ ਦੇਵ ਵੈਲਫੇਅਰ ਸੁਸਾਇਟੀ ਡੋਈਵਾਲਾ ਦੇਹਰਾਦੂਨ ਤੋਂ। ਔਰ ਜੇਕਰ ਤੁਸੀਂ ਵੀ ਸਿੱਖ ਧਰਮ ਦੇ ਪ੍ਰਚਾਰ ਦੇ ਨਾਲ ਪਿਆਰ ਕਰਦੇ ਹੋ, ਤੁਸੀਂ ਵੀ ਚਾਹੁੰਦੇ ਹੋ ਸਿੱਖ ਇਤਿਹਾਸ ਦਾ ਵੱਧ ਤੋਂ ਵੱਧ ਪ੍ਰਚਾਰ ਤੇ ਪ੍ਰਸਾਰ ਹੋਵੇ, ਤਾਂ ਤੁਸੀਂ ਵੀ ਇਸ ਪ੍ਰੋਗਰਾਮ ਦੀ ਸਪਾਂਸਰ ਸੇਵਾ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰੋ 88 376 90 192 ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।